श्री अकाल प्यारे विद्यार्थियों। मैं संगीता वालिया कंप्यूटर फैकल्टी सरकारी हाई स्मार्ट स्कूल छत ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਅੱਜ ਦੇ ਇਸ ਵਰਚੁਅਲ ਕਲਾਸਰੂਮ ਦੇ ਵਿੱਚ ਤੁਹਾਨੂੰ ਜਮਾਤ 12ਵੀਂ ਦੇ ਪਾਠ 3 ਕੰਪਿਊਟਰ ਨੈਟਵਰਕ ਵਿੱਚ ਸੰਚਾਰ ਮਾਧਿਅਮ ਤੇ ਸੰਚਾਰ ਮੋਡ ਬਾਰੇ ਜਾਣਕਾਰੀ ਦਵਾਂਗੇ। ਸੋ ਸ਼ੁਰੂ ਕਰਦੇ ਹਾਂ ਆਪਾਂ ਪਹਿਲਾਂ ਸੰਚਾਰ ਮਾਧਿਅਮ ਜਾਂ ਕਮਿਊਨੀਕੇਸ਼ਨ ਮੀਡੀਆ ਤੋਂ। ਪਿਆਰੇ ਵਿਦਿਆਰਥੀਓ, ਸੰਚਾਰ ਮਾਧਿਅਮ ਜਾਂ ਕਮਿਊਨੀਕੇਸ਼ਨ ਮੀਡੀਆ ਤੋਂ ਭਾਵ ਡਾਟਾ ਨੂੰ ਟ੍ਰਾਂਸਫਰ ਕਰਨ ਲਈ ਵਰਤੇ ਜਾਣ ਵਾਲੇ ਮਾਧਿਅਮ ਤੋਂ ਹੈ। ਗਾਈਡਡ ਮੀਡੀਆ ਵਿੱਚ ਕੀ ਹੁੰਦਾ ਬੇਟਾ? ਇਹਦੇ ਵਿੱਚ ਕੇਬਲਾਂ ਦੀ ਵਰਤੋਂ ਕਰਕੇ ਡਾਟਾ ਨੂੰ ਕੀ ਹੈ ਪ੍ਰਸਾਰ ਭਾਵ ਟ੍ਰਾਂਸਫਰ ਕੀਤਾ ਜਾਂਦਾ ਹੈ, ਜਿਸ ਦਾ ਕੀ ਇੱਕ ਨਿਸ਼ਚਿਤ ਮਾਰਗ ਹੁੰਦਾ ਹੈ। ਠੀਕ ਹੈ, ਅੱਗੇ ਬੇਟਾ ਹੈ ਅਨਗਾਈਡਡ ਮੀਡੀਆ। ਅਨਗਾਈਡਡ ਮੀਡੀਆ ਕੀ ਹੈ ਬੇਟਾ? ਇਹਦੇ ਵਿੱਚ ਕੀ ਹੈ ਬਿਨਾਂ ਕਿਸੇ ਮਾਧਿਅਮ ਭਾਵ ਤਾਰਾਂ ਜਾਂ ਕੇਬਲ ਦੀ ਵਰਤੋਂ ਕਰਕੇ ਕੀ ਹੈ ਹਵਾ ਜਾਂ ਵੇਵਸ ਦੁਆਰਾ ਡਾਟਾ ਕੀ ਟ੍ਰਾਂਸਫਰ ਕੀਤਾ ਜਾਂਦਾ ਹੈ। ਅੱਗੇ ਬੇਟਾ ਗਾਈਡਡ ਮੀਡੀਆ ਕਈ ਤਰ੍ਹਾਂ ਦਾ ਹੈ। ਸਭ ਤੋਂ ਪਹਿਲਾ ਹੈ ਟਵਿਸਟਡ ਪੇਅਰ, ਕੋਐਕਸੀਅਲ ਕੇਬਲ ਤੇ ਫਾਈਬਰ ਆਪਟੀਕਲ। ਅਨਗਾਈਡਡ ਮੀਡੀਆ ਬੇਟਾ ਕਈ ਤਰ੍ਹਾਂ ਦਾ ਹੈ, ਜਿਹਦੇ ਵਿੱਚ ਹੈ ਪਹਿਲਾ ਇਨਫਰਾਰੈਡ, NFC, ਬਲੂਟੁੱਥ, ਵਾਈਫਾਈ, ਰੇਡੀਓ ਵੇਵ, ਮਾਈਕ੍ਰੋਵੇਵ ਤੇ ਸੈਟੇਲਾਈਟ। ਆਪਾਂ ਅੱਗੇ ਚਲੋ ਹੁਣ ਇਹਨਾਂ ਗਾਈਡਡ ਮੀਡੀਆ ਤੇ ਅਨਗਾਈਡਡ ਮੀਡੀਆ ਬਾਰੇ ਵਿਸਤਾਰ ਵਿੱਚ ਜਾਣਕਾਰੀ ਪ੍ਰਾਪਤ ਕਰਦੇ ਹਾਂ। ਪਹਿਲਾ ਹੈ ਗਾਈਡਡ ਮੀਡੀਆ। ਪਹਿਲਾ ਕਿਹੜਾ ਹੈ? ਟਵਿਸਟਡ ਪੇਅਰ ਕੇਬਲ। ਟਵਿਸਟਡ ਪੇਅਰ ਕੇਬਲ ਵਿੱਚ ਕੀ ਹੁੰਦਾ ਬੇਟਾ? ਦੋ ਵੱਖਰੀਆਂ ਇਨਸੂਲੇਟ ਤਾਂਬੇ ਦੀਆਂ ਤਾਰਾਂ ਹੁੰਦੀਆਂ, ਜਿਨ੍ਹਾਂ ਨੂੰ ਆਪਸ ਵਿੱਚ ਕੀ ਹੈ ਟਵਿਸਟ ਲਪੇਟਿਆ ਜਾਂਦਾ ਹੈ ਬੇਟਾ, ਅਤੇ ਕੀ ਇੱਕ ਦੂਜੇ ਦੇ ਪੈਰਲਲ ਹੁੰਦੀਆਂ ਹਨ। ਪਹਿਲੀ ਤਾਰ ਨੂੰ ਡਾਟਾ ਟ੍ਰਾਂਸਫਰ ਕਰਨ ਲਈ ਤੇ ਦੂਜੀ ਜਿਹੜੀ ਤਾਰ ਹੈ ਉਸਨੂੰ ਅਰਥਿੰਗ ਲਈ ਵਰਤਿਆ ਜਾਂਦਾ ਹੈ। ਇਹਨਾਂ ਦੋ ਇਨਸੂਲੇਟਡ ਤਾਂਬੇ ਦੀਆਂ ਤਾਰਾਂ ਨੂੰ ਇੱਕ ਦੂਜੇ ਦੇ ਆਲੇ ਦੁਆਲੇ ਇਸ ਤਰ੍ਹਾਂ ਲਪੇਟਿਆ ਜਾਂਦਾ ਹੈ ਤਾਂ ਜੋ ਇਹਨਾਂ ਤਾਰਾਂ ਦੇ ਵਿਚਕਾਰ ਕੀ ਹੈ ਕ੍ਰੋਸ ਟਾਕ ਜਾਂ ਇਲੈਕਟ੍ਰੋਮੈਗਨੈਟਿਕ ਇੰਡਕਸ਼ਨ ਨੂੰ ਕੀ ਹੈ ਘੱਟ ਕੀਤਾ ਜਾ ਸਕੇ। ਇਹ ਬੇਟਾ ਅੱਗੇ ਟਵਿਸਟਡ ਪੇਅਰ ਵੀ ਦੋ ਤਰ੍ਹਾਂ ਦੀ ਹੁੰਦੀ ਹੈ, ਸ਼ੀਲਡਡ ਕੇਬਲ ਤੇ ਅਨਸ਼ੀਲਡਡ ਕੇਬਲ। ਸ਼ੀਲਡਡ ਕੇਬਲ ਦੇ ਵਿੱਚ ਕੀ ਹੁੰਦਾ ਬੇਟਾ? ਇਹਦੇ ਵਿੱਚ ਕੀ ਹੈ ਇੱਕ ਬ੍ਰੇਡਡ ਮਤਲਬ ਬੁਣੀ ਹੋਈ ਜਾਲੀਦਾਰ ਤਾਰ ਹੁੰਦੀ ਹੈ ਅਤੇ ਤਾਰ ਕੀ ਹੈ ਹੋਰ ਜੋੜਾਂ ਨਾਲ, ਹੋਰ ਜਿਹੜੇ ਜੁਆਇੰਟਸ ਆ ਉਹਨਾਂ ਨਾਲ ਜੁੜੀ ਹੁੰਦੀ ਹੈ ਬੇਟਾ। ਤੇ ਜਿਹੜੀ ਅਨਸ਼ੀਲਡਡ ਹੈ ਇਹਨਾਂ ਵਿੱਚ ਕੀ ਬੇਟਾ ਸਿਰਫ ਤਾਰਾਂ ਹੀ ਹੁੰਦੀਆਂ, ਜਿਵੇਂ ਕਿ ਤੁਸੀਂ ਚਿੱਤਰ ਵਿੱਚ ਦੇਖ ਰਹੇ ਹੋ। ਜਿਹੜੀ ਟਵਿਸਟਡ ਪੇਅਰ ਕੇਬਲ ਹੈ ਬੇਟਾ, ਇਹਦੇ ਵਿੱਚ ਕੀ ਹੈ ਤੁਸੀਂ ਦੇਖ ਰਹੇ ਹੋ ਚਿੱਤਰ ਦੇ ਵਿੱਚ ਅਲੱਗ-ਅਲੱਗ ਰੰਗ ਦੀਆਂ ਤਾਰਾਂ ਵਰਤੀਆਂ ਜਾਂਦੀਆਂ ਹਨ। ਟਵਿਸਟਡ ਪੇਅਰ ਦੇ ਕੇਬਲ ਦੇ ਫਾਇਦੇ ਕੀ ਨੇ ਬੇਟਾ? ਇਹ ਕੇਬਲ ਕੀ ਹੈ ਐਨਾਲੌਗ ਤੇ ਡਿਜੀਟਲ ਪ੍ਰਸਾਰਣ ਦੋਨਾਂ ਲਈ ਵਰਤੀ ਜਾਂਦੀ ਹੈ। ਘੱਟ ਦੂਰੀ ਲਈ ਇਹ ਬਹੁਤ ਸਹੀ ਹੈ ਤੇ ਸਸਤਾ ਵੀ ਹੈ ਸਾਧਨ। ਜੇਕਰ ਨੈਟਵਰਕ ਦੇ ਕਿਸੇ ਹਿੱਸੇ ਨੂੰ ਨੁਕਸਾਨ ਪਹੁੰਚਦਾ ਹੈ ਤਾਂ ਪੂਰਾ ਨੈਟਵਰਕ ਕੀ ਹੈ ਬਾਕੀ ਹਿੱਸੇ ਨੂੰ ਕੀ ਨੁਕਸਾਨ ਨਹੀਂ ਪਹੁੰਚਦਾ। ਠੀਕ ਹੈ, ਜਿਸ ਤਰ੍ਹਾਂ ਟਵਿਸਟਡ ਪੇਅਰ ਦੇ ਕਈ ਫਾਇਦੇ ਨੇ ਪਰ ਨੁਕਸਾਨ ਵੀ ਨੇ। ਕੀ ਨੇ ਬੇਟਾ? ਰਿਪੀਟਰਾਂ ਦੀ ਵਰਤੋਂ ਇਹਨਾਂ ਵਿੱਚ ਨਹੀਂ ਹੁੰਦੀ। ਠੀਕ ਹੈ, ਇਸ ਕਰਕੇ ਕੀ ਹੈ ਸਿਗਨਲ ਵੱਧ ਦੂਰੀ ਤੈਅ ਨਹੀਂ ਕਰ ਸਕਦਾ, ਭਾਵ ਇਹ ਘੱਟ ਦੂਰੀ ਦੇ ਡਾਟਾ ਟ੍ਰਾਂਸਮਿਸ਼ਨ ਲਈ ਹੀ ਵਰਤੀਆਂ ਜਾ ਸਕਦੀਆਂ ਹਨ। ਇਹ ਬੇਟਾ ਤਾਰਾਂ ਬਹੁਤ ਪਤਲੀਆਂ ਹੁੰਦੀਆਂ ਤੇ ਆਸਾਨੀ ਨਾਲ ਟੁੱਟ ਜਾਂਦੀਆਂ ਨੇ। ਉਸ ਤੋਂ ਬਾਅਦ ਅਗਲਾ ਗਾਈਡਡ ਮੀਡੀਆ ਹੈ ਆਪਣੀ ਕੋਐਕਸੀਅਲ ਕੇਬਲ। ਚਿੱਤਰ ਵਿੱਚ ਦੇਖੋ ਦਿਖਾਇਆ ਗਿਆ ਹੈ ਕੋਐਕਸੀਅਲ ਕੇਬਲ ਕੀ ਹੈ? ਦੋ ਕੰਡਕਟਰ ਵਾਲੀ ਇਲੈਕਟ੍ਰੋਨਿਕ ਕੇਬਲ ਹੈ ਬੇਟਾ, ਜਿਸ ਵਿੱਚ ਇੱਕ ਸੈਂਟਰ ਕੰਡਕਟਰ ਤੇ ਇੱਕ ਬਾਹਰੀ ਕੰਡਕਟਰ ਹੁੰਦਾ ਹੈ। ਇਹਨਾਂ ਦੋਹਾਂ ਦੇ ਵਿਚਕਾਰ ਕੀ ਇੱਕ ਇਨਸੂਲੇਟਡ ਸਪੇਸਰ ਹੁੰਦਾ ਹੈ। ਇਹਦੇ ਵਿੱਚ ਬੇਟਾ ਚਿੱਤਰ ਵਿੱਚ ਦੇਖੋ ਦਿਖਾਇਆ ਗਿਆ ਕੋਰ ਕੀ ਹੈ, ਜੋ ਸੈਂਟਰ ਪੁਆਇੰਟ ਹੈ ਉਹ ਇੱਕ ਤਾਰ ਹੁੰਦੀ ਹੈ ਸਖਤ ਤਾਂਬੇ ਦੀ ਬਣੀ ਹੁੰਦੀ ਹੈ। ਠੀਕ ਹੈ, ਇਸ ਨੂੰ ਕੀ ਆਪਾਂ ਆਸਾਨੀ ਨਾਲ ਮੋੜ ਨਹੀਂ ਸਕਦੇ। ਕੋਰ ਦੇ ਆਲੇ ਦੁਆਲੇ ਕੀ ਇੱਕ ਇਨਸੂਲੇਟਡ ਮਟੀਰੀਅਲ ਹੁੰਦਾ ਹੈ। ਇਨਸੂਲੇਟਰ ਦੇ ਦੁਆਲੇ ਕੀ ਹੈ ਉਸ ਤੋਂ ਬਾਅਦ ਕੰਡਕਟਰ ਮਟੀਰੀਅਲ ਹੁੰਦਾ ਹੈ। ਇਹ ਕੀ ਹੁੰਦਾ, ਇੱਕ ਜਾਲੀ ਜੀ ਲੱਗੀ ਹੁੰਦੀ ਹੈ ਕਾਪਰ ਦੀ ਜਾਲੀ। ਠੀਕ ਹੈ, ਉਸ ਤੋਂ ਬਾਅਦ ਕੀ ਹੈ ਕੋਐਕਸੀਅਲ ਕੇਬਲ ਦੇ ਬਾਅਦ ਕੀ ਹੈ ਇਹ ਤੇ ਇੱਕ ਸ਼ੀਲਡ ਪ੍ਰੋਪਰ ਚੜਾਈ ਜਾਂਦੀ ਹੈ, ਜਿਸ ਨੂੰ ਆਊਟਰ ਜੈਕਟ ਵੀ ਕਿਹਾ ਜਾਂਦਾ ਹੈ। ਕੋਐਕਸੀਅਲ ਕੇਬਲ ਦੇ ਬੇਟਾ ਕੀ ਫਾਇਦੇ ਹੈ? ਬਾਰਿਸ਼ ਸ਼ੋਰ ਸ਼ਰਾਬੇ ਤੋਂ ਸਿਗਨਲ ਤੇ ਕੋਈ ਪ੍ਰਭਾਵ ਨਹੀਂ ਪੈਂਦਾ ਬੇਟਾ ਇਹਦੇ ਦਾ। ਠੀਕ ਹੈ, ਜਿਹੜੀ ਕੋਐਕਸੀਅਲ ਕੇਬਲ ਹੈ ਉਹ ਕਾਫੀ ਥਿਕ ਔਰ ਸੰਘਣੀ ਹੁੰਦੀ ਹੈ। ਠੀਕ ਹੈ, ਇਸ ਕਰਕੇ ਕੀ ਹੈ ਜਿਹੜਾ ਪਲਾਸਟਿਕ ਕਵਰ ਹੈ ਉਸਨੂੰ ਸੁਰੱਖਿਆ ਕਰਦਾ ਹੈ
ਤਾਂ ਜੋ ਨਮੀ ਤੋਂ ਕੀ ਹੈ ਦੂਰ ਰੱਖਿਆ ਜਾ ਸਕੇ। ਇਹ ਬੇਟਾ ਇਸ ਦੀ ਵਰਤੋਂ ਐਨਾਲੌਗ ਤੇ ਡਿਜੀਟਲ ਸਿਗਨਲ ਦੋਨਾਂ ਲਈ ਵਰਤੀ ਜਾ ਸਕਦੀ ਹੈ। ਇਸ ਨੂੰ ਬੇਟਾ ਇੰਸਟਾਲ ਕਰਨਾ ਵੀ ਈਜ਼ੀ ਹੈ ਤੇ ਰਖਾਵ ਕਰਨਾ ਵੀ ਇਸ ਦਾ ਸੌਖਾ ਹੈ। ਇਸ ਦੇ ਬੇਟਾ ਕਈ ਨੁਕਸਾਨ ਵੀ ਨੇ। ਟਵਿਸਟਰ ਪੇਅਰ ਕੇਬਲ ਕੀ ਹੈ, ਜਿਹੜੀ ਕੋਐਕਸੀਅਲ ਕੇਬਲ ਹੈ ਇਹ ਮਹਿੰਗੀ ਹੁੰਦੀ ਹੈ ਬੇਟਾ, ਤੇ ਇਹ ਟਵਿਸਟਰ ਪੇਅਰ ਦੇ ਮਤਲਬ ਕੰਪੈਟੀਬਲ ਨਹੀਂ ਹੁੰਦੀ। ਇਹ ਥਿਕ ਹੋਣ ਕਰਕੇ ਆਸਾਨੀ ਨਾਲ ਮੁੜਦੀ ਨਹੀਂ ਹੈ। ਇਸ ਨੂੰ ਇੰਸਟਾਲ ਕਰਨਾ ਵੀ ਥੋੜਾ ਮੁਸ਼ਕਿਲ ਹੁੰਦਾ ਹੈ। ਅਗਲੀ ਬੇਟਾ ਆਪਣੀ ਗਾਈਡਡ ਮੀਡੀਆ ਦੀ ਉਦਾਹਰਨ ਹੈ ਫਾਈਬਰ ਆਪਟੀਕਲ। ਚਿੱਤਰ ਵਿੱਚ ਦੇਖੋ ਦਿਖਾਇਆ ਗਿਆ ਹੈ। ਇਹ ਆਪਟੀਕਲ ਫਾਈਬਰ ਕੇਵਲ ਬਹੁਤ ਸਾਰੇ ਆਪਟੀਕਲ ਰੇਸ਼ੇ ਹੁੰਦੇ ਆ ਬੇਟਾ, ਜਾਲੀਦਾਰ ਨਾ ਫਾਈਬਰ ਜਾਂ ਕੋਰ ਗਲਾਸ ਦੀ ਕੀ ਇੱਕ ਜਾਲੀ ਹੁੰਦੀ ਹੈ ਜੋ ਕਿ ਆਮ ਤੌਰ ਤੇ ਪਲਾਸਟਿਕ ਦੇ ਕਵਰ ਜਾਂ ਸ਼ੀਲਡਾਂ ਵਿੱਚ ਕਵਰ ਕੀਤੀ ਗਈ ਹੁੰਦੀ ਹੈ ਬੇਟਾ। ਆਪਟੀਕਲ ਕੇਬਲ ਦੀ ਵਰਤੋਂ ਬਿਜਲੀ ਦੀਆਂ ਸੰਚਾਰ ਕੇਬਲਾਂ ਦੀ ਤੁਲਨਾ ਵਿੱਚ ਉੱਚ ਰੇਟ ਦਰ ਨਾਲ ਸੈਂਕੜੇ ਮੀਲਾਂ ਦੀ ਦੂਰੀ ਤੱਕ ਪ੍ਰਕਾਸ਼ ਦੇ ਰੂਪ ਵਿੱਚ ਡਿਜੀਟਲ ਡਾਟਾ ਸਿਗਨਲ ਨੂੰ ਤਬਦੀਲ ਕਰਨ ਲਈ ਕੀਤੀ ਜਾਂਦੀ ਹੈ। ਆਪਟੀਕਲ ਫਾਈਬਰ ਬੇਟਾ ਜ਼ਿਆਦਾ ਨਾਜ਼ੁਕ ਹੁੰਦੇ ਹਨ, ਠੀਕ ਹੈ, ਇਸ ਲਈ ਇਹ ਆਮ ਤੌਰ ਤੇ ਉੱਚ ਜਿੱਥੇ ਹਾਈ ਫ੍ਰੀਕੁਐਂਸੀ ਹੁੰਦੀ ਹੈ ਜਾਂ ਹਲਕੇ ਭਾਰ ਦੀ ਸੁਰੱਖਿਆ ਵਾਲੀ ਸਮੱਗਰੀ ਨਾਲ ਕਵਰ ਕੀਤਾ ਇਸ ਨੂੰ ਜਾਂਦਾ ਹੈ। ਚਿੱਤਰ ਵਿੱਚ ਦੇਖੋ ਸੈਂਟਰ ਵਿੱਚ ਕੋਰ ਹੈ, ਠੀਕ ਹੈ, ਜੋ ਕਿ ਉੱਚ ਕੁਆਲਿਟੀ ਜਾਂ ਮਤਲਬ ਸਿਲਿਕਾ ਗਲਾਸ ਜਾਂ ਪਲਾਸਟਿਕ ਦਾ ਬਣਿਆ ਹੁੰਦਾ ਹੈ, ਠੀਕ ਹੈ। ਇਸ ਦੀ ਫ੍ਰੀਕੁਐਂਸੀ ਦੇ ਕਾਰਨ ਇਹਦੇ ਵਿੱਚ ਫ੍ਰੀਕੁਐਂਸੀ ਨੂੰ ਵਧਾਉਣ ਦੇ ਲਈ ਇਸ ਦੇ ਵਿੱਚ ਕੀ ਹੈ ਸਿਲਿਕਾ ਸ਼ੀਸ਼ੇ ਜਾਂ ਪਲਾਸਟਿਕ ਦੀ ਕਲੇਡਿੰਗ ਕੀਤੀ ਹੁੰਦੀ ਹੈ ਬੇਟਾ, ਠੀਕ ਹੈ। ਐਕਸਟਰਨਲ ਪ੍ਰੋਟੈਕਟਿਵ ਕਵਰਿੰਗ ਵੀ ਇਸ ਕੀਤੀ ਜਾਂਦੀ ਹੈ, ਜਿਸ ਨੂੰ ਬਫਰ ਵੀ ਕਿਹਾ ਜਾਂਦਾ ਹੈ। ਆਪਟੀਕਲ ਫਾਈਬਰ ਆਪਟੀਕਲ ਤਾਰ ਵੀ ਕਹਿ ਸਕਦੇ ਹਾਂ। ਫਾਈਬਰ ਆਪਟੀਕਲ ਦੇ ਫਾਇਦੇ ਕੀ ਨੇ ਬੇਟਾ? ਇਸ ਨੂੰ ਤਾਂਬੇ ਦੀ ਵੱਡੀ ਜਾਂ ਭਾਰੀ ਤਾਰ ਦੀ ਥਾਂ ਤੇ ਵਰਤਿਆ ਜਾ ਸਕਦਾ ਹੈ। ਇਹਦੀ ਬੈਂਡਵਿਡਥ ਬੇਟਾ ਹਾਈ ਹੁੰਦੀ ਹੈ, ਠੀਕ ਹੈ। ਇੰਡਸਟਰੀਜ਼ ਦੇ ਵਿੱਚ ਜਾਂ ਸ਼ੋਰ ਸ਼ਰਾਬੇ ਵਾਲੇ ਖੇਤਰਾਂ ਵਿੱਚ ਵੀ ਇਹ ਵਰਤੀ ਜਾਂਦੀ ਹੈ ਇਜ਼ੀਲੀ, ਠੀਕ ਹੈ। ਅਗਰ ਡਾਟਾ ਸਿਗਨਲ ਕਮਜ਼ੋਰ ਮਤਲਬ ਇਹ ਡਾਟਾ ਸਿਗਨਲ ਨੂੰ ਕਮਜ਼ੋਰ ਨਹੀਂ ਪੈਣ ਦਿੰਦਾ, ਭਾਵ ਲੰਬੀ ਦੂਰੀ ਤੱਕ ਕੀ ਹੈ ਡਾਟਾ ਟ੍ਰਾਂਸਫਰ ਕੀਤਾ ਜਾ ਸਕਦਾ ਹੈ। ਇਸ ਦੇ ਕਈ ਨੁਕਸਾਨ ਵੀ ਨੇ ਬੇਟਾ। ਇਹ ਕੀ ਹੈ ਮਹਿੰਗੀ ਹੁੰਦੀ ਹੈ, ਠੀਕ ਹੈ। ਇਸ ਨੂੰ ਥਿਕ ਬਣਾਉਣ ਲਈ ਇਹਦੇ ਕੀ ਇਸ ਨੂੰ ਪੋਲਿਸ਼ ਕਰਨਾ ਪੈਂਦਾ ਹੈ, ਠੀਕ ਹੈ, ਤਾਂ ਜੋ ਥੋੜੇ ਜਿਹੇ ਨੁਕਸਾਨ ਦੇ ਨਾਲ ਪ੍ਰਕਾਸ਼ ਨੂੰ ਲੰਘਾਇਆ ਜਾ ਸਕੇ। ਇਸ ਤੋਂ ਬਾਅਦ ਹੈ ਬੇਟਾ ਅਨਗਾਈਡਡ ਮੀਡੀਆ। ਅਨਗਾਈਡਡ ਮੀਡੀਆ ਕੀ ਹੁੰਦਾ ਹੈ? ਜਿਸ ਵਿੱਚ ਬਿਨਾਂ ਕਿਸੇ ਮਾਧਿਅਮ ਭਾਵ ਤਾਰਾਂ ਜਾਂ ਕੇਬਲ ਦੀ ਵਰਤੋਂ ਨਾ ਕਰਦੇ ਹੋਏ ਹਵਾ ਜਾਂ ਵੇਵ ਦੀ ਵਰਤੋਂ ਕਰਕੇ ਡਾਟਾ ਨੂੰ ਕੀ ਟ੍ਰਾਂਸਫਰ ਕੀਤਾ ਜਾਂਦਾ ਹੈ, ਠੀਕ ਹੈ। ਇਸ ਕਿਸਮ ਦੇ ਸੰਚਾਰ ਨੂੰ ਵਾਇਰਲੈਸ ਸੰਚਾਰ ਵੀ ਕਿਹਾ ਜਾਂਦਾ ਹੈ। ਇਹ ਬੇਟਾ ਅਨਗਾਈਡਡ ਮੀਡੀਆ ਅਲੱਗ-ਅਲੱਗ ਤਰ੍ਹਾਂ ਦੇ ਨੇ। ਪਹਿਲਾ ਹੈ ਇਨਫਰਾਰੈਡ। ਇਨਫਰਾਰੈਡ ਦੇ ਵਿੱਚ ਕੀ ਹੁੰਦਾ ਹੈ ਬੇਟਾ? ਇਨਫਰਾਰੈਡ ਵਾਇਰਲੈਸ ਮੋਬਾਈਲ ਟੈਕਨੋਲੋਜੀ ਦੀ ਇੱਕ ਕਿਸਮ ਹੈ ਜਿਸ ਦੀ ਵਰਤੋਂ ਛੋਟੇ ਖੇਤਰ ਵਿੱਚ ਸੰਚਾਰ ਕਰਨ ਲਈ ਕੀਤੀ ਜਾਂਦੀ ਹੈ। ਇਸ ਦੀ ਜਿਹੜੀ ਡਾਟਾ ਟ੍ਰਾਂਸਮਿਸ਼ਨ ਹੈ ਭਾਵ ਡਾਟਾ ਨੂੰ ਟ੍ਰਾਂਸਫਰ ਕਰਨ ਦੀ ਰੇਂਜ ਕੀ ਹੈ ਘੱਟ ਹੁੰਦੀ ਹੈ, ਜਿਸ ਕਾਰਨ ਇਸ ਦੇ ਸਿਗਨਲ ਰਸਤੇ ਵਿੱਚ ਆ ਰਹੀ ਕਿਸੇ ਮੁਸ਼ਕਿਲ ਜਾਂ ਰੁਕਾਵਟ ਨੂੰ ਕੀ ਕ੍ਰੋਸ ਨਹੀਂ ਕਰ ਸਕਦੇ। ਇਨਫਰਾਰੈਡ ਜਿਹੜੀ ਇਨਫਰਾਰੈਡ ਵਾਇਰਲੈਸ ਹੈਗੀ ਜਿਹੜੀ ਇਸ ਦੀ ਵਰਤੋਂ ਲੰਬੀ ਦੂਰੀ ਦੇ ਸੰਚਾਰ ਲਈ ਨਹੀਂ ਕੀਤੀ ਜਾ ਸਕਦੀ, ਠੀਕ ਹੈ। ਇਸ ਦੀ ਐਗਜ਼ਾਮਪਲ ਕੀ ਹੈ ਬੇਟਾ? ਆਪਾਂ ਘਰਾਂ ਦੇ ਵਿੱਚ ਏਸੀ ਯੂਜ਼ ਕਰਦੇ ਹਾਂ, ਉਹਨੂੰ ਚਲਾਉਣ ਲਈ ਜਿਹੜਾ ਰਿਮੋਟ ਕੰਟਰੋਲ ਯੂਜ਼ ਕਰਦੇ ਹਾਂ ਉਹ ਇਨਫਰਾਰੈਡ ਵੇਵਸ ਦੀ ਐਗਜ਼ਾਮਪਲ ਹੈ। ਵਾਇਰਲੈਸ ਮੋਡਮ ਜਾਂ ਕੀਬੋਰਡ, ਵਾਇਰਲੈਸ ਮਾਊਸ, ਪ੍ਰਿੰਟਰ ਯੂਜ਼ ਕਰਦੇ ਹਾਂ, ਠੀਕ ਹੈ। ਇਹ ਸਭ ਇਨਫਰਾਰੈਡ ਅਨਗਾਈਡਡ ਮੀਡੀਆ ਦੀ ਹੀ ਉਦਾਹਰਨ ਹੈ। ਅਗਲੀ ਬੇਟਾ ਅਨਗਾਈਡਡ ਮੀਡੀਆ ਦੀ ਕਿਸਮ ਕੀ ਹੈ? NFC। NFC ਕੀ ਹੈ ਬੇਟਾ? NFC ਦਾ ਪੂਰਾ ਨਾਮ ਹੈ ਨੀਅਰ ਫੀਲਡ ਕਮਿਊਨੀਕੇਸ਼ਨ, ਠੀਕ ਹੈ। ਇੱਕ ਨਵੀਂ ਤਰ੍ਹਾਂ ਦੀ ਟੈਕਨੋਲੋਜੀ ਹੈ ਜੋ ਡਾਟਾ ਟ੍ਰਾਂਸਫਰ ਕਰਨ ਲਈ ਵਰਤੀ ਜਾਂਦੀ ਹੈ। ਇਹ ਬੇਟਾ ਇੱਕ ਕੰਟੈਕਟਲੈਸ ਤਕਨੀਕ ਹੈ ਜਿਸ ਵਿੱਚ NFC ਡਿਵਾਈਸ ਬਲੂਟੁੱਥ ਦੀ ਤਰ੍ਹਾਂ ਹੀ ਕੰਮ ਕਰਦਾ ਹੈ, ਠੀਕ ਹੈ। ਜਿਵੇਂ ਕਿ ਚਿੱਤਰ ਵਿੱਚ ਦੇਖੋ ਦਿਖਾਇਆ ਗਿਆ ਹੈ, ਆਪਾਂ ਵੱਡੇ ਸ਼ਾਪਸ ਜਾਂ ਮਾਲ ਜਾਂ ਸਟੋਰਸ ਦੇ ਵਿੱਚ ਕੀ ਹੈ NFC ਰੀਡਰ ਤੇ ਸਮਾਰਟਫੋਨ ਨੂੰ ਸਵਾਈਪ ਕਰਕੇ ਕੀ ਕੰਟੈਕਟਲੈਸ ਪੇਮੈਂਟ ਕਰ ਸਕਦੇ ਹਾਂ। ਅਗਲੀ ਬੇਟਾ ਅਨਗਾਈਡਡ ਮੀਡੀਆ ਦੀ ਕਿਸਮ ਹੈ ਬਲੂਟੁੱਥ। ਬਲੂਟੁੱਥ ਕੀ ਹੈ ਬੇਟਾ? ਇੱਕ ਕਿਸਮ ਦੀ ਰੇਡੀਓ ਸੰਚਾਰ ਟੈਕਨੋਲੋਜੀ ਹੈ ਜੋ ਫੋਨ, ਕੰਪਿਊਟਰ ਅਤੇ ਹੋਰ ਡਿਵਾਈਸਿਸ ਵਿਚਕਾਰ ਕੀ ਹੈ ਇੱਕ ਘੱਟ ਪਾਵਰ ਅਤੇ ਥੋੜੀ ਦੂਰੀ ਦੀ ਕੀ ਵਾਇਰਲੈਸ ਨੈਟਵਰਕਿੰਗ ਨੂੰ ਲਈ ਵਰਤੀ ਜਾਂਦੀ ਹੈ।
ਦੋ ਬਲੂਟੁੱਥ ਉਪਕਰਨਾਂ ਨੂੰ ਆਪਸ ਵਿੱਚ ਕਨੈਕਟ ਕਰਨ ਲਈ ਜਿਹੜੀ ਪ੍ਰਕਿਰਿਆ ਦੀ ਵਰਤੋਂ ਕੀਤੀ ਜਾਂਦੀ ਹੈ ਉਸ ਨੂੰ ਬੇਟਾ ਪੇਅਰਿੰਗ ਕਿਹਾ ਜਾਂਦਾ ਹੈ। ਠੀਕ ਹੈ, ਪਰਸਨਲ ਕੰਪਿਊਟਰ ਅਤੇ ਹੋਰ ਉਪਕਰਨਾਂ ਵਿੱਚ ਕੀ ਹੈ, ਬਲੂਟੁੱਥ ਡੋਂਗਲਾਂ ਦੀ ਵਰਤੋਂ ਕਰਕੇ ਆਪਸ ਵਿੱਚ ਕਨੈਕਟ ਕੀਤਾ ਜਾ ਸਕਦਾ ਹੈ। ਠੀਕ ਹੈ, ਬਲੂਟੁੱਥ ਨੈਟਵਰਕ ਵਿੱਚ ਇੱਕ ਡਾਇਨਾਮਿਕ ਟੋਪੋਲੋਜੀ ਵਰਤੀ ਜਾਂਦੀ ਹੈ ਜਿਸ ਨੂੰ ਪਿਕੋਨੈਟ ਵੀ ਕਿਹਾ ਜਾਂਦਾ ਹੈ। ਬਲੂਟੁੱਥ ਦੀ ਵਰਤੋਂ ਨਾਲ ਭੇਜੇ ਗਏ ਸਿਗਨਲ ਸਿਰਫ ਥੋੜੀ ਦੂਰੀ ਭਾਵ 30 ਫੁੱਟ ਤੱਕ ਦੀ ਦੂਰੀ ਵਿੱਚ ਕੀ ਆਪਾਂ ਡਾਟਾ ਨੂੰ ਕੀ ਹੈ ਟ੍ਰਾਂਸਫਰ ਕਰ ਸਕਦੇ ਹਾਂ। ਅਗਲੀ ਬੇਟਾ ਅਨਗਾਈਡਡ ਮੀਡੀਆ ਦੀ ਕਿਸਮ ਹੈ ਵਾਈਫਾਈ। ਵਾਈਫਾਈ ਦਾ ਪੂਰਾ ਨਾਂ ਕੀ ਹੈ ਬੇਟਾ, ਵਾਇਰਲੈਸ ਫਿਡੇਲਿਟੀ। ਠੀਕ ਹੈ, ਇਸ ਨੂੰ ਆਮ ਤੌਰ ਤੇ ਵਾਇਰਲੈਸ ਲੈਂਡ ਨੈਟਵਰਕ ਵੀ ਕਿਹਾ ਜਾਂਦਾ ਹੈ। ਵਾਇਰਲੈਸ ਵਾਈਫਾਈ ਜਿਹੜਾ ਕੀ ਹੈ ਲੋਕਲ ਏਰੀਆ ਨੈਟਵਰਕ ਨੂੰ ਕੇਬਲ ਅਤੇ ਵਾਇਰਿੰਗ ਤੋਂ ਬਿਨਾਂ ਕੰਮ ਕਰਨ ਦੀ ਆਗਿਆ ਦਿੰਦਾ ਹੈ। ਇਸ ਟੈਕਨੋਲੋਜੀ ਦੀ ਵਰਤੋਂ ਕਰਕੇ ਬੇਟਾ ਅਸੀਂ ਇੱਕੋ ਨੈਟਵਰਕ ਨਾਲ ਜੁੜੇ ਹੋਏ ਦੋ ਜਾਂ ਦੋ ਤੋਂ ਵੱਧ ਉਪਕਰਨਾਂ ਵਿਚਕਾਰ ਕੀ ਹੈ ਜਾਣਕਾਰੀ ਦਾ ਕੀ ਹੈ ਆਦਾਨ ਪ੍ਰਦਾਨ ਕਰ ਸਕਦੇ ਹਾਂ। ਠੀਕ ਹੈ, ਅੱਜ ਕੱਲ ਬੇਟਾ ਮੋਬਾਈਲ ਐਪਲੀਕੇਸ਼ਨਸ, ਟੈਲੀਵਿਜ਼ਨ, ਡੀਵੀਡੀ ਪਲੇਅਰ ਅਤੇ ਇਸ ਤੱਕ ਕਿ ਜਿਹੜੇ ਡਿਜੀਟਲ ਕੈਮਰੇ ਉੱਥੇ ਉਹਦੇ ਵਿੱਚ ਵੀ ਕੀ ਹੈ ਵਾਈਫਾਈ ਦੀ ਵਰਤੋਂ ਕਰ ਸਕਦੇ ਹਾਂ। ਅਗਲੀ ਬੇਟਾ ਅਨਗਾਈਡਡ ਮੀਡੀਆ ਦੀ ਕਿਸਮ ਹੈ ਰੇਡੀਓ ਵੇਵ। ਰੇਡੀਓ ਵੇਵ ਕੀ ਹੈ ਬੇਟਾ, ਇੱਕ ਕਿਸਮ ਦੀ ਇਲੈਕਟ੍ਰੋਮੈਗਨੈਟਿਕ ਵੇਵ ਹਨ ਅਤੇ ਸੰਚਾਰ ਟੈਕਨੋਲੋਜੀ ਜਿਵੇਂ ਟੈਲੀਵਿਜ਼ਨ, ਮੋਬਾਈਲ ਫੋਨ ਅਤੇ ਰੇਡੀਓ ਵਿੱਚ ਵਰਤੋਂ ਲਈ ਕਾਫੀ ਯੂਸਫੁਲ ਹੈ। ਠੀਕ ਹੈ, ਇਹ ਉਪਕਰਨ ਰੇਡੀਓ ਤਰੰਗਾਂ ਪ੍ਰਾਪਤ ਕਰਦੇ ਹਨ ਅਤੇ ਸਾਊਂਡ ਵੇਵ ਬਣਾਉਣ ਲਈ ਸਪੀਕਰ ਵਿੱਚ ਮੈਕੈਨੀਕਲ ਕੰਪਨ ਵਿੱਚ ਬਦਲਦੇ ਹਨ, ਮਤਲਬ ਵਾਈਬ੍ਰੇਸ਼ਨ ਕ੍ਰੀਏਟ ਕਰਦੀਆਂ ਇਹ ਜਦੋਂ ਐਂਟੀਨਾ ਰੇਡੀਓ ਤਰੰਗਾਂ ਦਾ ਸੰਚਾਰ ਕਰਦਾ ਹੈ। ਠੀਕ ਹੈ, ਸੰਚਾਰ ਕੀਤੀ ਹੋਈ ਵੇਵ ਨੂੰ ਕੀ ਹੈ ਕੋਈ ਵੀ ਐਂਟੀਨਾ ਕੀ ਹੈ ਪ੍ਰਾਪਤ ਕਰ ਸਕਦਾ ਹੈ। ਰੇਡੀਓ ਵੇਵ ਦੀ ਫ੍ਰੀਕੁਐਂਸੀ ਕੀ ਹੈ ਹਰਟਜ਼ ਵਿੱਚ ਮਾਪੀ ਜਾਂਦੀ ਹੈ। ਰੇਡੀਓ ਵੇਵਸ ਦੀ ਵਰਤੋਂ ਬੇਟਾ ਕਿੱਥੇ ਕੀਤੀ ਜਾਂਦੀ ਹੈ, ਮਲਟੀਕਾਸਟਿੰਗ ਭਾਵ ਜਿਸ ਵਿੱਚ ਇੱਕ ਸੈਂਡਰ ਹੁੰਦਾ ਹੈ ਪਰ ਬਹੁਤ ਸਾਰੇ ਰਿਸੀਵਰ ਹੁੰਦੇ ਹਨ। ਰੇਡੀਓ ਵੇਵ ਦੀਆਂ ਉਦਾਹਰਨਾਂ ਹਨ ਬੇਟਾ ਟੈਲੀਵਿਜ਼ਨ, AM, FM। ਠੀਕ ਹੈ, ਇਹਨਾਂ ਵਿੱਚ ਕੀ ਹੈ ਰੇਡੀਓ ਵੇਵਸ ਅਨਗਾਈਡਡ ਮੀਡੀਆ ਦੀ ਵਰਤੋਂ ਕੀਤੀ ਜਾਂਦੀ ਹੈ। ਅਗਲਾ ਹੈ ਬੇਟਾ ਮਾਈਕ੍ਰੋਵੇਵ। ਮਾਈਕ੍ਰੋਵੇਵ ਕੀ ਹੈ ਬੇਟਾ, ਇਹ ਵੀ ਅਨਗਾਈਡਡ ਮੀਡੀਆ ਦੀ ਇੱਕ ਖਾਸ ਕਿਸਮ ਹੈ। ਇਹਦੇ ਵਿੱਚ ਕੀ ਹੁੰਦਾ ਬੇਟਾ ਇਲੈਕਟ੍ਰੋਮੈਗਨੈਟਿਕ ਸਪੈਕਟਰਮ ਹੁੰਦਾ ਹੈ। ਉਹ ਕੀ ਹੁੰਦਾ ਬੇਟਾ ਪ੍ਰਕਾਸ਼ ਕੀ ਹੈ ਵੇਵ ਨੂੰ ਕੀ ਹੈ ਮਨੁੱਖੀ ਅੱਖਾਂ ਮਤਲਬ ਉਸਨੂੰ ਵੇਖ ਨਹੀਂ ਸਕਦੀਆਂ, ਜੋ ਵੀ ਰੇਜ਼ ਜਾਂਦੀਆਂ ਉਸਨੂੰ ਕੀ ਹੈ ਆਪਾਂ ਦੇਖ ਨਹੀਂ ਸਕਦੇ। ਭਾਵ ਕੀ ਹੈ ਜਿਸ ਵਿੱਚ ਵੱਡੀਆਂ ਇਨਫਰਾਰੈਡ ਵੇਵਸ ਅਤੇ ਛੋਟੀਆਂ ਰੇਡੀਓ ਵੇਵਸ ਵੀ ਹੋ ਸਕਦੀਆਂ ਹਨ। ਇਸ ਦੀ ਐਗਜ਼ਾਮਪਲ ਕੀ ਹੈ ਬੇਟਾ, ਆਪਾਂ ਘਰਾਂ ਵਿੱਚ ਯੂਜ਼ ਕਰਦੇ ਹਾਂ ਮਾਈਕ੍ਰੋਵੇਵ ਕਰਦੇ ਆ ਨਾ, ਇਹ ਮਾਈਕ੍ਰੋਵੇਵ ਅਨਗਾਈਡਡ ਮੀਡੀਆ ਦੀ ਕੀ ਕਿਸਮ ਨੇ। ਠੀਕ ਹੈ, ਅਗਲੀ ਬੇਟਾ ਅਨਗਾਈਡਡ ਮੀਡੀਆ ਦੀ ਕਿਸਮ ਹੈ ਸੈਟੇਲਾਈਟ ਮਾਈਕ੍ਰੋਵੇਵ। ਸੈਟੇਲਾਈਟ ਮਾਈਕ੍ਰੋਵੇਵ ਕੀ ਹੈ ਇੱਕ ਅਜਿਹੀ ਐਂਟੀਟੀ ਹੈ ਜੋ ਧਰਤੀ ਦੇ ਆਲੇ ਦੁਆਲੇ ਇੱਕ ਉਚਾਈ ਤੇ ਕੀ ਹੈ ਘੁੰਮਦੀ ਹੈ। ਠੀਕ ਹੈ, ਸੈਟੇਲਾਈਟ ਸੰਚਾਰ ਫਾਈਬਰ ਆਪਟਿਕ ਅਤੇ ਕੇਬਲ ਮਾਧਿਅਮਾਂ ਨਾਲੋਂ ਵਧੇਰੇ ਫਲੈਕਸੀਬਲ ਹੁੰਦਾ ਹੈ ਬੇਟਾ। ਅਸੀਂ ਸੈਟੇਲਾਈਟ ਸੰਚਾਰ ਦੀ ਵਰਤੋਂ ਕਰਕੇ ਦੁਨੀਆ ਦੇ ਕਿਸੇ ਵੀ ਹਿੱਸੇ ਤੇ ਕੀ ਹੈ ਸਿਗਨਲਾਂ ਨੂੰ ਕੀ ਹੈ ਸੰਚਾਰਿਤ ਕਰ ਸਕਦੇ ਹਾਂ ਬੇਟਾ। ਠੀਕ ਹੈ, ਇਸ ਦੀ ਵਰਤੋਂ ਕਈ ਤਰ੍ਹਾਂ ਦੀ ਐਪਲੀਕੇਸ਼ਨ ਵਿੱਚ ਜਿਵੇਂ ਵੈਦਰ ਫੋਰਕਾਸਟਿੰਗ ਲਈ ਕੀਤੀ ਜਾਂਦੀ ਹੈ, ਟੀਵੀ ਜਾਂ ਰੇਡੀਓ ਦੇ ਸਿਗਨਲ ਟੈਲੀਕਾਸਟ ਕਰਨ ਲਈ ਜਾਂ ਮੋਬਾਈਲ ਕਮਿਊਨੀਕੇਸ਼ਨ ਲਈ ਵੀ ਸੈਟੇਲਾਈਟ ਮਾਈਕ੍ਰੋਵੇਵ ਅਨਗਾਈਡਡ ਮੀਡੀਆ ਦੀ ਵਰਤੋਂ ਕੀਤੀ ਜਾਂਦੀ ਹੈ। ਅਗਲਾ ਬੇਟਾ ਆਪਣਾ ਟੌਪਿਕ ਹੈ ਸੰਚਾਰ ਮੋਡ। ਸੰਚਾਰ ਮੋਡ ਤੋਂ ਭਾਵ ਹੈ ਕਿਸੇ ਨੈਟਵਰਕ ਨਾਲ ਜੁੜੇ ਦੋ ਯੰਤਰਾਂ ਵਿਚਕਾਰ ਡਾਟਾ ਨੂੰ ਟ੍ਰਾਂਸਫਰ ਕਰਨ ਦੀ ਵਿਧੀ। ਠੀਕ ਹੈ, ਮਤਲਬ ਆਪਾਂ ਇੱਕ ਥਾਂ ਤੋਂ ਦੂਸਰੀ ਥਾਂ ਤੱਕ ਡਾਟਾ ਕਿਸ ਮੋਡ ਜਾਂ ਕਿਸ ਤਰੀਕੇ ਨਾਲ ਡਾਟਾ ਟ੍ਰਾਂਸਫਰ ਕਰਦੇ ਆ ਉਹਨੂੰ ਕੀ ਕਿਹਾ ਜਾਂਦਾ ਹੈ ਸੰਚਾਰ ਮੋਡ ਜਾਂ ਕਮਿਊਨੀਕੇਸ਼ਨ ਮੋਡ ਕਿਹਾ ਜਾਂਦਾ ਹੈ। ਅੱਗੇ ਬੇਟਾ ਸੰਚਾਰ ਮੋਡ ਦੀਆਂ ਤਿੰਨ ਕਿਸਮਾਂ ਨੇ। ਪਹਿਲੀ ਹੈ ਸਿੰਪਲੈਕਸ ਮੋਡ। ਇਹਦੇ ਵਿੱਚ ਕੀ ਹੁੰਦਾ ਬੇਟਾ ਜਿਹੜਾ ਸੰਚਾਰ ਹੈ ਉਹ ਯੂਨੀਡਾਇਰੈਕਸ਼ਨਲ ਹੁੰਦਾ ਹੈ। ਯੂਨੀਡਾਇਰੈਕਸ਼ਨਲ ਭਾਵ ਡਾਟਾ ਸਿਰਫ ਇੱਕ ਦਿਸ਼ਾ ਵਿੱਚ ਹੀ ਭੇਜਿਆ ਜਾਂਦਾ ਹੈ। ਠੀਕ ਹੈ, ਇਸ ਤਰ੍ਹਾਂ ਦੇ ਮੋਡ ਵਿੱਚ ਦੋਵਾਂ ਉਪਕਰਨਾਂ ਤੋਂ ਸਿਰਫ ਇੱਕ ਨੋਡ ਜਾਂ ਇੱਕ ਉਪਕਰਨ ਕੀ ਹੈ ਸਿਗਨਲ ਭੇਜ ਸਕਦਾ ਹੈ ਤੇ ਡਾਟਾ ਨੂੰ ਕੀ ਹੈ ਟ੍ਰਾਂਸਫਰ ਕਰ ਸਕਦਾ ਹੈ। ਦੂਸਰਾ ਜਿਹੜਾ ਕੀ ਹੈ ਉਪਕਰਨ ਹੈ ਜਾਂ ਨੋਡ ਹੈ ਉਹ ਡਾਟਾ ਕੀ ਹੈ ਰਿਸੀਵ ਕਰਦਾ ਹੈ। ਇਸ ਦੀ ਬੇਟਾ ਐਗਜ਼ਾਮਪਲ ਹੈ ਕੰਪਿਊਟਰ ਤੇ ਕੀਬੋਰਡ। ਆਪਾਂ ਕੰਪਿਊਟਰ ਕੀਬੋਰਡ ਤੋਂ ਕੀ ਹੈ ਡਾਟਾ ਭੇਜਦੇ ਹਾਂ ਵਾਪਿਸ ਤਾਂ ਨਹੀਂ ਆਉਂਦਾ। ਠੀਕ ਹੈ, ਸਿੰਪਲੈਕਸ ਮੋਡ ਦੀ ਬੈਸਟ ਉਦਾਹਰਨ ਹੈ ਕੀਬੋਰਡ। ਉਸੇ ਤਰ੍ਹਾਂ ਜਿਵੇਂ ਰਿਮੋਟ ਹੈ, ਆਪਾਂ ਟੀਵੀ ਚਲਾਉਂਦੇ ਹਾਂ
ਰਿਮੋਟ ਦੀ ਵਰਤੋਂ ਕਰਦੇ ਆ, ਰਿਮੋਟ ਨਾਲ ਕੀ ਟੀਵੀ ਨੂੰ ਔਨ ਕਰਦੇ ਆ ਆਫ ਕਰਦੇ ਆ। ਠੀਕ ਹੈ, ਅਗਲਾ ਬੇਟਾ ਆਪਣੀ ਸੰਚਾਰ ਮੋਡ ਦੀ ਕਿਸਮ ਹੈ ਹਾਫ ਡੁਪਲੈਕਸ। ਇਹਦੇ ਵਿੱਚ ਕੀ ਹੈ ਬੇਟਾ, ਜਿਹੜਾ ਹਾਫ ਡੁਪਲੈਕਸ ਵਿੱਚ ਕੀ ਹੈ, ਸੰਦੇਸ਼ ਦਾ ਪ੍ਰਵਾਹ ਦਾ ਡਾਟਾ ਦਾ ਟਰਾਂਸਮਿਸ਼ਨ ਹੈ ਉਹ ਦੋਵਾਂ ਦਿਸ਼ਾਵਾਂ ਵਿੱਚ ਹੋ ਸਕਦਾ ਹੈ, ਪਰ ਇੱਕ ਸਮੇਂ ਤੇ ਕੀ ਹੈ, ਇੱਕ ਸਿਸਟਮ ਕੋਈ ਸੂਚਨਾ ਭੇਜ ਰਿਹਾ ਹੈ ਤਾਂ ਦੂਸਰਾ ਸਿਰਫ ਪ੍ਰਾਪਤ ਕਰ ਸਕਦਾ ਹੈ। ਠੀਕ ਹੈ, ਇਸ ਦੀ ਐਗਜ਼ਾਮਪਲ ਕੀ ਹੈ, ਵਾਕੀ ਟਾਕੀ। ਠੀਕ ਹੈ, ਉਹਦੇ ਵਿੱਚ ਕੀ ਹੈ, ਇੱਕ ਪਾਸੇ ਤੋਂ ਕੀ ਇੱਕ ਬੰਦਾ ਬੋਲਦਾ ਹੈ, ਦੂਸਰਾ ਉਸਨੂੰ ਸੁਣਦਾ ਹੈ। ਠੀਕ ਹੈ, ਜਦੋਂ ਪਹਿਲਾ ਬੰਦਾ ਚੁੱਪ ਕਰ ਜਾਂਦਾ ਦੂਸਰਾ ਵਿਅਕਤੀ ਕੀ ਹੈ ਉਹ ਬੋਲਦਾ ਹੈ। ਠੀਕ ਹੈ, ਅਗਲੀ ਬੇਟਾ ਸੰਚਾਰ ਮੋਡ ਦੀ ਕਿਸਮ ਹੈ ਫੁੱਲ ਡੁਪਲੈਕਸ। ਫੁੱਲ ਡੁਪਲੈਕਸ ਵਿੱਚ ਕੀ ਹੁੰਦਾ ਬੇਟਾ, ਇਹਦੇ ਵਿੱਚ ਕੀ ਹੈ, ਡਾਟਾ ਟਰਾਂਸਮਿਸ਼ਨ ਦੋ ਦਿਸ਼ਾਵੀ ਹੁੰਦਾ ਹੈ। ਠੀਕ ਹੈ, ਭਾਵ ਇੱਕੋ ਸਮੇਂ ਤੇ ਦੋਵਾਂ ਦਿਸ਼ਾਵਾਂ ਵਿੱਚ ਕੀ ਡਾਟਾ ਦਾ ਫਲੋ ਹੋ ਸਕਦਾ ਹੈ। ਠੀਕ ਹੈ, ਦੋਵਾਂ ਪਾਸਿਆਂ ਤੋਂ ਆਪਾਂ ਡਾਟਾ ਪ੍ਰਾਪਤ ਵੀ ਕਰ ਸਕਦੇ ਹਾਂ ਤੇ ਭੇਜ ਵੀ ਸਕਦੇ ਹਾਂ। ਇਸ ਦੀ ਐਗਜ਼ਾਮਪਲ ਹੈ ਬੇਟਾ, ਉਦਾਹਰਨ ਹੈ ਮੋਬਾਈਲ ਫੋਨ। ਮੋਬਾਈਲ ਦੁਆਰਾ ਆਪਾਂ ਡਾਟਾ ਕੀ ਹੈ, ਡਾਟਾ ਜਾਂ ਮੈਸੇਜ ਭੇਜ ਵੀ ਸਕਦੇ ਹਾਂ ਤੇ ਪ੍ਰਾਪਤ ਵੀ ਕਰ ਸਕਦੇ ਹਾਂ। ਮੈਨੂੰ ਆਸ ਹੈ ਕਿ ਬੇਟਾ ਤੁਹਾਨੂੰ ਮੇਰਾ ਇਹ ਟੌਪਿਕ ਸਮਝ ਆਇਆ ਹੋਵੇਗਾ। ਪਾਠ 3 ਦਾ ਅਗਲਾ ਟੌਪਿਕ ਲੈ ਕੇ ਮੈਂ ਜਲਦੀ ਹੀ ਹਾਜ਼ਰ ਹੋਵਾਂਗੀ। ਧੰਨਵਾਦ।